ਤੁਸੀਂ ਵੇਖ ਰਹੇ ਹੋ ਜੀ ਐਡਵੋਕੇਟ ਪ੍ਰਦੀਪ ਵਿਰਕ ਜੀ ਦੇ ਨਾਲ ਬੜੀ ਐਕਸਕਲੂਸਿਵ ਸਾਡੀ ਇੰਟਰਵਿਊ। ਔਰ ਫਸਟ ਪਾਰਟ ਦੇ ਵਿੱਚ ਤੁਸੀਂ ਵੇਖਿਆ ਕਿਵੇਂ ਉਸਨੇ ਬਲਵੰਤ ਸਿੰਘ ਮੁਲਤਾਨੀ ਦੇ ਉੱਤੇ ਬਹੁਤ ਹੀ ਮਤਲਬ ਜਲਾਦਾਂ ਵਾਲਾ ਹੈਵਾਨਾਂ ਵਾਲਾ ਉਹਦੇ 'ਤੇ ਤਸ਼ੱਦਦ ਕੀਤਾ ਅਤੇ ਉਹਦੇ ਨਾਲ ਉਹਦੀ ਮੌਤ ਹੋ ਗਈ। ਇੱਕ ਚੀਜ਼ ਤੁਸੀਂ ਖਾਸ ਤੌਰ 'ਤੇ ਨੋਟ ਕੀਤੀ ਹੋਣੀ ਹੈ ਕਿ ਆਪਣੀ ਹਰ ਇੰਟਰਵਿਊ ਦੇ ਵਿੱਚ, ਆਪਣੀ ਹਰ ਗੱਲਬਾਤ ਦੇ ਵਿੱਚ ਐਡਵੋਕੇਟ ਪ੍ਰਦੀਪ ਵਿਰਕ ਉਹਨੂੰ ਇੱਕ ਬੁਝਦਿਲ ਪੁਲਿਸ ਆਫਿਸਰ ਦੱਸਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜ਼ੁਲਮ ਕਰਨ ਵਾਲਾ ਬੰਦਾ ਜਿਹੜਾ ਕਿਉਂਕਿ ਕਦੀ ਰੀਅਲ ਐਨਕਾਊਂਟਰ ਦੇ ਬਾਰੇ ਤਾਂ ਕਦੀ ਕੋਈ ਗੱਲ ਸੁਣੀ ਨਹੀਂ, ਪਰ ਜਿੰਨੇ ਵੀ ਐਨਕਾਊਂਟਰ ਕੀਤੇ ਨੇ, ਜਿੰਨੇ ਵੀ ਪੰਜਾਬ ਦੇ ਨੌਜਵਾਨ ਸੁਮੇਧ ਸੈਣੀ ਨੇ ਮਾਰੇ ਨੇ, ਝੂਠੇ ਮੁਕਾਬਲਿਆਂ ਦੇ ਵਿੱਚ ਹੀ ਮਾਰੇ ਨੇ, ਅਤੇ ਝੂਠੇ ਮੁਕਾਬਲੇ ਕਰਨ ਵਾਲਾ ਇੱਕ ਬੁਝਦਿਲ ਅਫਸਰ ਹੀ ਹੋ ਸਕਦਾ ਹੈ। ਔਰ ਇਸ ਬੁਝਦਿਲੀ ਦੇ ਵਿੱਚੋਂ, ਇਸ ਲਾਹਨਤ 'ਚੋਂ ਨਿਕਲਣ ਲਈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਪੁਲਿਸ ਦੇ ਏਡੇ ਵੱਡੇ ਅਫਸਰ ਦਾ ਅਗਵਾ ਕਰਕੇ ਕਤਲ ਕਰਨ ਦਾ ਜਿਹੜਾ ਮੁਕੱਦਮਾ ਉਹਦੇ 'ਤੇ ਦਰਜ ਹੋ ਗਿਆ, ਔਰ ਉਹਦੇ ਵਿੱਚ ਅੱਜ ਉਹ ਭਗੌੜਾ ਹੈ। ਔਰ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਕਲੰਕ ਆ ਪੂਰੀ ਪੰਜਾਬ ਪੁਲਿਸ ਦੇ ਉੱਤੇ ਕਿ ਏਡਾ ਵੱਡਾ ਅਫਸਰ ਜਿਹੜਾ ਅੱਜ ਭਗੌੜਾ ਹੋਇਆ ਫਿਰਦਾ। ਇੱਕ ਸਵਾਲ ਮੈਂ ਕੀਤਾ ਸੀਗਾ ਐਡਵੋਕੇਟ ਵਿਰਕ ਸਾਹਿਬ ਨੂੰ ਕਿ ਜਿਸ ਤਰ੍ਹਾਂ ਇਸ ਨੇ ਆਪਣੀ ਪੁਲਿਸ ਨੂੰ ਸਿਖਾਇਆ ਕਿ ਜਦੋਂ ਕੋਈ ਬੰਦਾ ਭਗੌੜਾ ਹੋ ਜਾਂਦਾ, ਪੁਲਿਸ ਨੂੰ ਨਹੀਂ ਲੱਭਦਾ, ਉਹਦੇ ਰਿਸ਼ਤੇਦਾਰ ਭੈਣ ਭਰਾ ਚੱਕ ਲਿਆਓ, ਉਹਦੇ ਘਰ ਦਾ ਸਮਾਨ ਚੱਕ ਲਿਆਓ, ਉਹਦੇ ਘਰ ਦਾ ਕੰਧਾਂ ਢਾਹ ਦਿਓ, ਗੇਟ ਲਿਆਓ ਲਾ ਕੇ ਸਾਰਾ ਕੁਝ ਕਰ ਦਿਓ। ਅਤੇ ਉਹਦੇ ਜਵਾਬ ਦੇ ਵਿੱਚ ਉਹ ਕੀ ਕਹਿੰਦੇ ਨੇ ਪ੍ਰਦੀਪ ਵਿਰਕ ਜੀ, ਔਰ ਕੀ ਜਵਾਬ ਦਿੰਦੇ ਨੇ, ਇਹ ਤੁਸੀਂ ਹੁਣ ਸਾਡੇ ਸੈਕਿੰਡ ਐਪੀਸੋਡ ਦੇ ਵਿੱਚ ਵੇਖੋਗੇ। ਆਓ ਤੁਹਾਨੂੰ ਦਿਖਾਉਂਦੇ ਹਾਂ ਜੀ ਸੈਕਿੰਡ ਐਪੀਸੋਡ, ਇਸੇ ਇੰਟਰਵਿਊ ਦਾ ਦੂਸਰਾ ਹਿੱਸਾ, ਔਰ ਉਹਦੇ ਵਿੱਚ ਸੁਮੇਧ ਸੈਣੀ ਦੇ ਜ਼ੁਲਮਾਂ ਦੀ ਗੱਲ ਉਹ ਕਿਸ ਤਰ੍ਹਾਂ ਕਰ ਰਹੇ। ਆਓ ਤੁਹਾਨੂੰ ਦਿਖਾਉਂਦੇ ਹਾਂ ਜੀ ਸੈਕਿੰਡ ਪਾਰਟ। ਪਹਿਲੀ ਗੱਲ, ਮੈਂ ਗੁਰੂ ਸਾਹਿਬ ਦੇ ਰਾਹ 'ਤੇ ਚੱਲਣਾ ਪਸੰਦ ਕਰਦਾ। ਠੀਕ ਹੈ, ਗੁਰੂ ਸਾਹਿਬ ਨੇ ਕਿਹਾ ਦੁਸ਼ਮਣ ਦੇ ਫੈਮਿਲੀ ਨੂੰ ਵੀ ਕਦੇ ਨੁਕਸਾਨ ਨਹੀਂ ਪਹੁੰਚਾਉਣਾ। ਠੀਕ ਹੈ, ਨਹੀਂ ਤਾਂ ਸੁਮੇਧ ਸਿੰਘ ਸੈਣੀ ਵਰਗੇ ਅਤੇ ਸਾਡੇ ਵਰਗਿਆਂ 'ਚ ਫਰਕ ਕੀ ਹੈ। ਔਰ ਜੇ ਪੁਲਿਸ ਉਹਦੇ ਘਰਦਿਆਂ 'ਚੋਂ ਕਿਸੇ ਨੂੰ ਹੱਥ ਵੀ ਪਾਊਗੀ, ਮੈਂ SIT ਦੇ ਖਿਲਾਫ ਖੜ੍ਹਾ। ਸੁਮੇਧ ਸਿੰਘ ਸੈਣੀ ਨੇ ਤਸ਼ੱਦਦ ਢਾਈ ਹੈ, ਸੁਮੇਧ ਸਿੰਘ ਸੈਣੀ ਨੂੰ ਉਹਦੀ ਸਜ਼ਾ ਦਿਵਾਉਣੀ ਹੈ। ਕਾਨੂੰਨੀ ਸ਼ਿਕੰਜਾ ਕੱਸਿਆ ਸੁਮੇਧ ਸੈਣੀ 'ਤੇ ਕੱਸਿਆ। ਜੇ ਉਹਦੀ ਵਾਈਫ ਦਾ ਕੋਈ ਰੋਲ ਨਹੀਂ ਹੈ, ਉਹਨਾਂ ਨੂੰ ਉਹਨਾਂ ਦੀ ਇੱਜ਼ਤ ਬਰਕਰਾਰ ਰਹਿਣੀ ਚਾਹੀਦੀ ਹੈ। ਇਹ ਨਾ ਸਿਰਫ ਸਾਡਾ ਧਰਮ ਹੈ, ਸਾਡਾ ਫਰਜ਼ ਹੈ। ਔਰ ਬੜਾ ਖੂਬਸੂਰਤ ਤੁਸੀਂ ਜਵਾਬ ਦਿੱਤਾ, ਪਰ ਮੈਂ ਚਾਹੁੰਦਾ ਵੀ ਤੁਸੀਂ ਇੱਕ ਵਕੀਲ ਦੇ ਰੂਪ 'ਚ ਅੱਜ ਬੜਾ ਵੱਡਾ ਕੰਮ ਕਰ ਰਹੇ ਹੋ, ਪਰ ਮੈਨੂੰ ਲੱਗਦਾ ਕਿ ਕਾਨੂੰਨ ਦੀ ਇੰਨੀ ਇੱਜ਼ਤ ਕਰਨ ਵਾਲਾ ਇੱਕ IPS ਅਫਸਰ ਵੀ ਹੁੰਦਾ ਅਤੇ ਸਮਾਜ ਲਈ ਇੱਕ ਤੋਹਫਾ ਹੀ ਹੁੰਦਾ। ਨਹੀਂ, ਜੇ ਮੈਂ IPS ਹੁੰਦਾ, ਸ਼ੁਕਰੀਆ ਪਹਿਲਾਂ ਤਾਂ ਕੰਪਲੀਮੈਂਟ ਵਾਸਤੇ, ਪਰ ਜੇ ਮੈਂ IPS ਹੁੰਦਾ ਤਾਂ ਮੈਂ ਇੱਕ ਹੈਲਪਲੈਸ ਪਾਰਟ ਹੁੰਦਾ। ਉਹਦਾ ਕਾਰਨ ਕੀ ਹੈ, ਮੈਂ ਸੁਮੇਧ ਸੈਣੀ 'ਤੇ ਪਰਚਾ ਦੇ ਦਿੰਦਾ, ਮੇਰੇ ਸੀਨੀਅਰ ਨੇ ਬੁਲਾ ਕੇ ਪਰਚਾ ਖਾਰਿਜ ਕਰ ਦੇਣਾ ਸੀ। ਮੈਂ ਉਹਦੇ ਲਈ ਕੋਰਟ ਦੇ ਵਿੱਚ ਅਰੈਸਟ ਵਾਰੰਟ ਦੇ ਲਈ ਐਪਲੀਕੇਸ਼ਨ ਲਾਉਣ ਦੀ ਗੱਲ ਕਰਦਾ ਅਤੇ ਸੀਨੀਅਰ ਵੱਲੋਂ ਫੋਨ ਆ ਜਾਂਦਾ ਨਾ ਲਾਓ। ਫਿਰ ਤੁਸੀਂ ਮੈਨੂੰ ਪੁੱਛਦੇ ਤੇ ਤੁਸੀਂ ਹੈਲਪਲੈਸ ਪਾਰਟ ਕਿਉਂ ਆ ਸਿਸਟਮ ਦਾ, ਫਿਰ ਮੈਂ ਕੀ ਜਵਾਬ ਦਿੰਦਾ? ਫਿਰ ਮੈਂ ਕੀ ਕਹਿੰਦਾ ਜੀ ਮੇਰੇ DG ਬਣਨ ਤੱਕ ਵੇਟ ਕਰੋ, ਹੋ ਸਕਦਾ ਮੈਂ DG ਹੀ ਨਾ ਬਣਦਾ। ਇਸ ਕਰਕੇ ਅੱਜ ਮੈਂ ਜਿਹਨੂੰ ਹੱਥ ਪਾ ਲਿਆ, ਉਹ ਤੁਸੀਂ ਦੇਖੋ ਜੇ IPS ਰਹਿੰਦੇ ਨਹੀਂ ਪੈਣਾ ਸੀ। ਨਿਡਰ ਹੋ ਕੇ ਪਾਇਆ। ਉਮਰਾ ਨੰਗਲ ਵਰਗੇ ਦੀ ਇਨਕੁਆਇਰੀ ਉਦੋਂ ਖੋਲ੍ਹੀ ਸੀ 2013 'ਚ, ਜਦੋਂ ਉਹਨੂੰ ਕੋਈ ਹੱਥ ਨਹੀਂ ਪਾ ਰਿਹਾ ਸੀ, ਜਦੋਂ ਸੈਣੀ ਉਹਦੀ ਬੈਕਬੋਨ ਬਣ ਕੇ ਓਪਨਲੀ ਨਾਲ ਚੱਲ ਰਿਹਾ ਸੀ। ਔਰ ਇਹ DG ਸੀ, ਅੱਜ ਤਾਂ ਰਿਟਾਇਰ ਹੋ ਗਿਆ। 2013 'ਚ ਜਦੋਂ ਉਮਰਾ ਨੰਗਲ ਦਾ ਕੇਸ ਸ਼ੁਰੂ ਕੀਤਾ ਹੈ, ਉਦੋਂ ਸੈਣੀ DG ਸੀ ਔਰ ਉਮਰਾ ਨੰਗਲ ਉਹਦਾ ਚਹੇਤਾ ਅਫਸਰ ਸੀ। ਸੋ ਇਸ ਕਰਕੇ ਉਹ IPS ਹੁੰਦੇ ਕੁਛ ਨਹੀਂ ਹੋਣਾ ਸੀ। ਅੱਛਾ, ਇੱਕ ਵਿਰਕ ਸਾਹਿਬ, ਇੰਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ, ਇੱਕ ਐਸਾ ਪੁਲਿਸ ਆਫਿਸਰ ਜਿਹਦੇ 'ਤੇ ਹਜ਼ਾਰਾਂ ਨੌਜਵਾਨਾਂ ਦੇ ਕਤਲ ਨੇ, ਚਲੋ ਇੱਕ ਦੋ ਕੇਸ ਸਾਹਮਣੇ ਆ ਗਏ, ਤੁਹਾਨੂੰ ਕੁਛ ਹੋਰ ਲੋਕਾਂ ਨੇ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਾਡਾ ਮੁੰਡਾ ਮਾਰਿਆ? ਕਿ ਤਾਂ ਮੋਹਾਲੀ ਤੋਂ ਹੀ ਸੀ ਜਸਵੀਰ ਸਿੰਘ ਪਿੰਕਾ, ਜਿਹਦੇ ਬਾਰੇ ਇਹ ਗੱਲ ਕਹੀ ਗਈ ਕਿ ਪਹਿਲਾਂ ਉਹਦੇ ਮੂੰਹ 'ਚ ਮਚੈਟੀ ਪਾਈ ਗਈ, ਝੋਨੇ ਦਾ ਇੱਕ ਨਦੀਨਨਾਸ਼ਕ ਹੁੰਦਾ, ਅਤੇ ਉਹਦੇ ਨਾਲ ਉਹਦੀ ਡੈਥ ਨਹੀਂ ਹੋਈ। ਫਿਰ ਉਹਦੇ ਮੂੰਹ 'ਚ ਸਾਈਨਡ ਪਾਇਆ ਗਿਆ। ਉਹ ਸਾਈਨਡ ਜਦੋਂ ਗਿੱਲਾ ਹੋ ਜਾਂਦਾ ਹੈ, ਅਕੋਰਡਿੰਗ ਟੂ ਪਿੰਕੀ, ਕਿਉਂਕਿ ਉੱਥੇ ਮੌਜੂਦ ਸੀਗਾ, ਅਤੇ ਉਹ ਜਦੋਂ ਸਾਈਨਡ ਗਿੱਲਾ ਹੋ ਗਿਆ, ਉਹਨੇ ਵੀ ਕੋਈ ਅਸਰ ਨਹੀਂ ਕੀਤਾ। ਔਰ ਉਸ ਤੋਂ ਬਾਅਦ ਇਸ ਨੇ ਆਪਣੇ ਰਿਵਾਲਵਰ ਦੇ ਨਾਲ ਉਹਦੇ ਸਿਰ 'ਚ ਗੋਲੀ ਮਾਰੀ। ਅਤੇ ਕੀ ਇਸ ਤਰ੍ਹਾਂ ਦੀਆਂ ਫੈਮਲੀਜ਼ ਅੱਗੇ ਨਹੀਂ ਆ ਰਹੀਆਂ? ਵੇਖੋ, ਕੁਛ ਗਵਾਹ ਅੱਗੇ ਆਏ ਹੈ ਇਸ ਕੇਸ ਦੇ ਵਿੱਚ, ਜਿਨ੍ਹਾਂ ਨੂੰ ਮੈਂ SIT ਕੋਲ ਭੇਜਤਾ। ਕੁਛ ਨੇ ਸੋਸ਼ਲ ਮੀਡੀਆ 'ਤੇ ਇੰਟਰਵਿਊਜ਼ ਦੇਖੀਆਂ, ਉਹ ਆਪ ਅੱਗੇ ਆਏ। ਕੁਛ ਨੇ ਡਾਇਰੈਕਟ ਜਰਨਲਿਸਟ ਜਿਵੇਂ ਜਾਂ ਐਂਕਰਸ ਜਿਹੜੇ ਸੀ, ਜਿਵੇਂ ਤੁਹਾਨੂੰ ਕੰਟੈਕਟ ਕਰ ਲਿਆ ਅਤੇ ਤੁਸੀਂ ਅੱਗੇ ਮੇਰਾ ਦੱਸਤਾ, ਮੈਂ ਉਹਨਾਂ ਨੂੰ SIT ਕੋਲ ਭੇਜਤਾ। ਕੁਛ ਇੰਡੀਵਿਜੂਅਲ ਕੇਸਿਸ ਵਾਲੇ ਆਏ ਹੈ ਜਿਨ੍ਹਾਂ ਦੇ ਮੈਂ ਐਗਜ਼ਾਮਿਨ ਕਰ ਰਿਹਾ, ਇਨ ਪ੍ਰੋਸੈਸ ਹਾਂ ਕਿ ਉਹ ਸੈਪਰੇਟ offense ਬਣ ਰਿਹਾ ਕਿ ਨਹੀਂ, ਕੀ ਕੁਛ ਹੈ, ਕੀ ਉਹਨਾਂ ਕੋਲ ਐਵੀਡੈਂਸ ਹੈ।
ਪਰ ਉਹਦੇ 'ਚ ਕੋਈ ਗੱਲ ਹੋਈ ਆ ਜਾਂਦੀ ਹੈ ਕਿ ਪਿੰਕੀ ਵਰਗੇ ਦੇ ਬਿਆਨ 'ਤੇ ਰਿਲਾਈ ਅਪੋਨ ਇਕੱਲੇ ਕਰਕੇ ਕੁਝ ਨਹੀਂ ਹੋ ਸਕਦਾ। ਉਹਦੇ ਬਿਆਨ ਨੂੰ ਤਾਂ ਮੈਂ ਕੰਸੀਡਰ ਨਹੀਂ ਕਰਦਾ, ਕਿਉਂਕਿ ਇਹਦਾ ਅਸੀਂ ਕੀ ਜਵਾਬ ਦਈਏ ਕਿ ਉਹਨੇ ਕਿਹਨੂੰ ਕਿਵੇਂ ਮਾਰਤਾ, ਕੋਈ ਐਵੀਡੈਂਸ ਹੈ ਨਹੀਂ, ਕੋਈ ਚੀਜ਼ ਨਹੀਂ ਮੈਚ ਕਰਦੀ। ਪਿੰਕੀ ਦਾ ਇਸ ਕੇਸ 'ਚ ਵੀ ਬਿਆਨ ਬਦਲ ਰਿਹਾ ਕਾਫੀ ਪ੍ਰੈਸ ਦੇ ਵਿੱਚ, ਮਤਲਬ ਪ੍ਰੈਸ ਦੇ ਵਿੱਚ ਜੋ ਬੋਲ ਰਿਹਾ, ਤੁਸੀਂ ਉਹਦੀ 2 ਇੰਟਰਵਿਊਜ਼ ਦੇਖ ਲਓ, ਉਹਨਾਂ 'ਚ ਹੀ ਫਰਕ ਆ ਜਾਊਗਾ। ਅੱਛਾ, ਇਹ ਪਿੰਕੀ ਕੈਟ ਦੀ ਵੀ ਗੱਲ ਨਾ ਇਹ ਪੁਲਿਸ ਦਾ ਰਿਹਾ ਨਾ ਇਹ ਖਾੜਕੂਆਂ ਦਾ ਰਿਹਾ, ਹੁਣ ਪੁਲਿਸ ਨਾਲ ਗਦਾਰੀ ਕਰ ਰਿਹਾ। ਇਹ ਕੈਟ ਸੀ ਤੇ ਇਹਦਾ ਮਤਲਬ ਪਹਿਲਾਂ ਕਿਤੇ ਖਾੜਕੂਆਂ ਨਾਲ ਵੀ ਰਿਹਾ ਹੋਏਗਾ। ਕੈਟ ਤੇ ਉਹੀ ਸੀ ਬੰਦੇ ਜਿਹੜੇ ਵਿੱਚ ਪਹਿਲਾਂ ਇਹਦੇ ਬਾਰੇ ਮੈਨੂੰ ਬਿਲਕੁਲ ਨੌਲੇਜ ਨਹੀਂ ਹੈ ਜੀ, ਕਿਉਂਕਿ ਸੈਣੀ ਦਾ ਕਲੋਜ਼ ਐਸੋਸੀਏਟ ਸੀ, ਸੋ ਸੈਣੀ ਬੈਟਰ ਦੱਸ ਸਕਦਾ ਹੈ। ਮਤਲਬ ਮੈਨੂੰ ਇਹਦੀ ਬਿਲਕੁਲ ਹੀ ਨੌਲੇਜ ਨਹੀਂ ਹੈ ਇਸ ਚੀਜ਼ ਬਾਰੇ। ਇੰਨੇ ਵੱਡੇ ਕੇਸ ਦੇ ਵਿੱਚ ਕਿਤੇ ਲੱਗਦਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਆ ਵੀ ਕੁਝ ਲੋਕ ਇਹ ਮਿਸਾਲ ਦਿੰਦੇ ਨੇ ਵੀ ਸੈਣੀ ਆਊਗਾ ਜੇਲ੍ਹ ਦੇ ਗੇਟ ਤੋਂ ਦੀ ਘੁੰਮ ਕੇ ਵਾਪਸ, ਕੁਝ ਇਸ ਤਰ੍ਹਾਂ ਦੀ ਸਿਫਾਰਿਸ਼, ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ, ਕੋਈ ਇਸ ਤਰ੍ਹਾਂ ਦੀ ਗੱਲ, ਇਜ਼ ਇਟ ਪੋਸੀਬਲ? ਸਰ ਥੋੜ੍ਹਾ ਜਿਹਾ ਐਕਸਪਲੇਨ ਕਰੋ, ਮੈਨੂੰ ਸੱਚੀ ਨਹੀਂ ਸਮਝ ਆਇਆ ਕੁਐਸਚਨ। ਮਤਲਬ ਕਿਤੇ ਕੋਈ ਸੈਂਟਰ ਗਵਰਨਮੈਂਟ ਵੱਲੋਂ ਜਾਂ ਕੁਝ ਜੁਡੀਸ਼ਰੀ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ? ਸਰ ਵੇਖੋ, ਮੇਰੇ ਕੋਲ 2 ਆਪਸ਼ਨਸ ਨੇ ਜੀ। ਜਾਂ ਤਾਂ ਮੈਂ ਇਹੋ ਜਿਹੀਆਂ ਗੱਲਾਂ 'ਤੇ ਵਿਸ਼ਵਾਸ ਕਰਾਂ, ਇਹੋ ਜਿਹੀਆਂ ਹੀ ਗੱਲਾਂ ਮੈਨੂੰ ਆਖੀਆਂ ਜਾ ਰਹੀਆਂ ਸੀ ਜਦੋਂ FIR 2011 'ਚ, ਦਸੰਬਰ 2011 'ਚ ਸੁਪਰੀਮ ਕੋਰਟ ਨੇ ਕੁਐਸ਼ ਕੀਤੀ। ਇਹੋ ਜਿਹੀਆਂ ਗੱਲਾਂ ਆਖੀਆਂ ਜਾ ਰਹੀਆਂ ਸੀ ਜਦੋਂ ਮੈਂ ਇਸ ਕੇਸ 'ਚ ਪਹਿਲੀ ਵਾਰੀ ਪੇਸ਼ ਹੋਇਆ ਪਰਚਾ ਹੋਣ ਤੋਂ ਬਾਅਦ। ਗੱਲ ਫਿਰ ਉੱਥੇ ਹੀ ਆ ਜਾਂਦੀ ਹੈ, ਜਾਂ ਰੱਬ 'ਚ ਵਿਸ਼ਵਾਸ ਰੱਖ ਲਈਏ ਜਾਂ ਇਹਨਾਂ ਗੱਲਾਂ 'ਚ ਰੱਖ ਲਈਏ। ਰੱਬ 'ਚ ਵਿਸ਼ਵਾਸ ਤੇ ਤਕਰੀਬਨ ਜਿਹੜਾ ਰੱਬ ਨੂੰ ਮੰਨਣ ਵਾਲੇ ਸਭ ਦਾ ਹੀ ਹੈਗਾ, ਤੇ ਸਾਡੀ ਦੁਆ, ਸਭ ਦੀ ਅਰਦਾਸ, ਉਹਨਾਂ ਮਾਵਾਂ ਦੀਆਂ ਦੁਆਵਾਂ ਤੁਹਾਡੇ ਨਾਲ ਜਿਨ੍ਹਾਂ ਦੇ ਪੁੱਤ ਅਜੇ ਵੀ ਮਾਵਾਂ ਉਡੀਕਦੀਆਂ ਨੇ ਕਿ ਕਿਉਂਕਿ ਡੈੱਡ ਬੋਡੀ ਨਹੀਂ ਮਿਲੀ, ਮੂੰਹ ਹੀ ਨਹੀਂ ਵੇਖਿਆ, ਆਪਣੇ ਹੱਥੀਂ ਸੰਸਕਾਰ ਕਰਕੇ ਕਿਤੇ ਨਾ ਕਿਤੇ ਸਬਰ ਆ ਜਾਂਦਾ। ਵਿਰਕ ਸਾਹਿਬ, ਅਜੇ ਵੀ ਮਾਵਾਂ ਨੂੰ ਕਈ ਵਾਰੀ ਮੈਂ ਇੰਟਰਵਿਊਜ਼ ਕਰਦਾ ਉਹਨਾਂ ਮਾਵਾਂ ਦੀ, ਜਾ ਕੇ ਉਹਨਾਂ ਨੂੰ ਮਿਲਦਾ ਵਾਂ ਮੈਂ, ਅਤੇ ਉਹ ਕਿਤੇ ਨਾ ਕਿਤੇ ਆਂਦੀ ਹੈ ਵੀ ਬਲਵੰਦਰ ਸਾਨੂੰ ਲੱਗਦਾ ਕਿਤੇ ਜੇਲ੍ਹ ਜੂਲ੍ਹ 'ਚ ਨਾ ਹੋਵੇ, ਕਿਤੇ ਉਹ ਪਾਕਿਸਤਾਨ ਨਾ ਹੋਵੇ, ਕਿਤੇ ਉਹ ਕਿਸੇ ਹੋਰ ਕੰਟਰੀ 'ਚ ਨਾ ਹੋਵੇ, ਅਤੇ ਸ਼ਾਇਦ ਉਹ ਨਹੀਂ ਆ ਰਿਹਾ, ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਉਹ ਆ ਜਾਣਾ, ਜਦੋਂ ਕਿ ਇਹਨੇ ਮਾਰ ਕੇ ਖਪਾਤਿਆ। ਸਰ ਵੇਖੋ, ਮੈਂ ਤੁਹਾਡੀ ਗੱਲ ਦਾ ਹੀ ਜਵਾਬ ਦੇ ਰਿਹਾ। ਗੁਰਬਾਣੀ 'ਚ ਆਉਂਦਾ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਹਰ ਕਦਮ 'ਤੇ ਰੱਬ ਇੱਜ਼ਤ ਰੱਖ ਰਹੇ ਹੈ, ਹਰ ਕਦਮ 'ਤੇ ਤਸ਼ੱਦਦ ਦੇ ਖਿਲਾਫ ਜਿੱਤ ਹਾਸਿਲ ਕਰਵਾ ਰਹੇ ਹੈ। ਅਤੇ ਮੈਂ ਕਿਸ ਤਰ੍ਹਾਂ ਕਹਿ ਦਿਆਂ ਸੁਮੇਧ ਸੈਣੀ ਬਚ ਜਾਊਗਾ ਜਾਂ ਦੂਜੇ ਬਚ ਜਾਣਗੇ? ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਹਿ ਰਹੇ ਹੋ 35 ਦੇਸ਼ਾਂ ਤੋਂ ਤੁਹਾਨੂੰ ਕਾਲਸ ਆਈਆਂ, ਮੈਂ ਤਾਂ ਨਹੀਂ ਕਰਵਾਈ, ਅਨਨੋਨ ਲੋਕ ਕਾਲ ਕਰ ਰਹੇ ਹੈ। ਫਿਰ ਉਹੀ ਗੱਲ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਉਹ ਅਰਦਾਸ ਕਰ ਰਹੇ ਹੈ, ਮੈਂ ਤਾਂ ਕਿਸੇ ਨੂੰ ਨਹੀਂ ਕਿਹਾ। ਇਹ ਰੱਬ ਦਾ ਕਰਿਸ਼ਮਾ ਨਹੀਂ ਹੈ? ਤੁਸੀਂ ਮੇਰੇ ਕੋਲ ਆਏ ਹੋ, ਤੁਸੀਂ ਕਦੇ ਵੀ ਆ ਸਕਦੇ ਸੀ, ਤੁਸੀਂ ਇੰਨੇ ਸਾਲ ਨਾ ਆਏ, ਇਹ ਰੱਬ ਦਾ ਕਰਿਸ਼ਮਾ ਹੈ। ਸੋ ਕਿਤੇ ਨਾ ਕਿਤੇ ਉਹ ਰੱਬ ਨੇ ਇਹਨੂੰ ਟੰਗਣਾ ਸੀ, ਸੋ ਰੱਬ ਨੇ ਬਹਾਨਾ ਬਣਾਤਾ। ਮੈਂ ਇਹਦੇ ਖਿਲਾਫ ਤਾਂ ਖੜਾ, ਮੇਰੇ ਸਾਹਮਣੇ ਮੈਨੂੰ ਤਾਂ ਡਰਪੋਕ ਹੀ ਬੰਦਾ ਲੱਗਦਾ ਹੈ। ਦਲੇਰੀ ਵਾਲੇ ਨੇ ਕੰਮ ਕੀਤੇ ਕਿਹੜੇ ਹੈ? ਕਿਤੇ ਰੀਅਲ ਐਨਕਾਊਂਟਰ ਕੋਈ ਸਾਨੂੰ ਨਜ਼ਰ ਨਹੀਂ ਆਇਆ ਕਿਤੇ? ਦੇਖੋ, ਮੈਂ ਇੱਕ ਐਗਜ਼ਾਮਪਲ ਹਮੇਸ਼ਾ ਦਿੰਦਾ ਜੀ, ਜਿਹੜਾ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਸੀ ਚਿੜੀਆਂ ਸੋ ਮੈਂ ਤੋਂ ਮੈਂ ਬਾਜ਼ ਲੜਾਵਾਂ, 1.25 ਲੱਖ ਤੇ ਇੱਕ ਲੜਾਵਾਂ। ਉਹ ਬੇਸ ਉਹਦਾ ਕੀ ਹੈ ਕਿ ਜਿਹਨੇ ਚਿੜੀਆਂ ਨੂੰ ਖਾਣਾ ਹੈ, ਮੈਂ ਉਹਨੂੰ ਚਿੜੀਆਂ ਤੋਂ ਹਰਵਾ ਸਕਦਾ। ਸੁਮੇਧ ਸਿੰਘ ਸੈਣੀ ਵਰਗਿਆਂ ਨੇ ਜੇ ਤਸ਼ੱਦਦ ਢਾਉਣੀ ਹੈ, ਆਮ ਬੰਦਾ ਸੁਮੇਧ ਸਿੰਘ ਸੈਣੀ ਸਾਹਮਣੇ ਖੜ ਸਕਦਾ ਹੈ। 1.25 ਲੱਖ ਨਾਲ ਇੱਕ ਲੜਾਉਣਾ, 1.25 ਲੱਖ ਤੇ ਇੱਕ ਲੜਾਊਂ ਇਜ਼ ਕਿ ਉਹ ਜਜ਼ਬਾ, ਜੇ ਸੁਮੇਧ ਸੈਣੀ ਕਹਿੰਦਾ ਕਿ 1.25 ਲੱਖ ਅੱਤਵਾਦੀ ਆ ਜਾਣ, ਮੈਂ ਇਕੱਲਾ ਲੜ ਲੂੰ, ਉਹ ਦਲੇਰ ਸੀ। ਮੈਂ ਕਦੇ ਉਹਦੇ ਖਿਲਾਫ ਨਾ ਖੜਾ ਹੁੰਦਾ। ਉਹਨੇ 1.25 ਲੱਖ ਬੰਦਾ ਨਿਰਦੋਸ਼ ਮਾਰਤਾ। ਤੁਸੀਂ ਹੁਣ ਉਹ ਗੱਲ ਕਹਿਤੀ, ਨਿਰਦੋਸ਼। ਇਹਦੇ 'ਚ ਮੇਨ ਗੱਲ ਹੈ, ਨਿਰਦੋਸ਼ ਬੰਦੇ ਨੂੰ ਮਾਰਨ ਵਾਲਾ ਕਦੇ ਦਲੇਰ ਨਹੀਂ ਹੁੰਦਾ। 50 ਜਣਿਆਂ ਦੀ ਫੋਰਸ ਲਿਜਾ ਕੇ, 20 ਜਣੇ ਲਿਜਾ ਕੇ ਕਿਸੇ ਨੂੰ ਚੁੱਕ ਕੇ ਉਹਨੂੰ ਟੌਰਚਰ ਕਰਨਾ, ਉਹਨੂੰ ਮਾਰ ਦੇਣਾ, ਮੈਂ ਇਸ ਚੀਜ਼ ਨੂੰ ਹੈਵਾਨੀਅਤ ਤੋਂ ਇਲਾਵਾ ਇੱਕ ਡਰਪੋਕ ਇਨਸਾਨ ਦੀ ਨਿਸ਼ਾਨੀ ਗਿਣਦਾ। ਨਿਸ਼ਾਨੀ ਮੈਂ ਕੀ ਗਿਣਦਾ, ਹੈਗੀ ਹੈ ਦਲੇਰੀ ਹੁੰਦੀ ਸੁਮੇਧ ਸੈਣੀ 'ਚ, ਅਤੇ ਉਹ ਇਕੱਲਾ ਲੜਦਾ, ਨਿਡਰ ਹੋ ਕੇ ਲੜਦਾ, ਔਰ ਚੁੱਕ ਕੇ ਇਕੱਲੇ ਬੰਦੇ ਨੂੰ ਨਾ ਮਾਰਦਾ, ਇੰਨੇ ਲੋਕਾਂ ਦੇ ਵਿੱਚ ਕਾਨੂੰਨ ਦੇ ਦਾਇਰੇ ਦੇ ਵਿੱਚ ਚੱਲਦਾ। ਮੈਂ ਜੀ ਵੀ ਉਹੀ ਚੀਜ਼ ਹਮੇਸ਼ਾ ਕਹਿਣਾ ਕਿ ਜਿਹੜਾ ਡਰਪੋਕ ਹੈ ਨਾ, ਡਰਪੋਕ ਹੀ ਰਹਿਣਾ। ਲੋ ਅੱਜ ਭੱਜ ਗਿਆ ਨਾ ਕਾਨੂੰਨ ਤੋਂ। ਦਲੇਰ ਹੁੰਦਾ ਅਤੇ ਕਹਿੰਦਾ ਲੋ ਆਓ ਅਰੈਸਟ ਕਰੋ, ਮੈਂ ਡਰਦਾ ਨਹੀਂ, ਮੈਂ ਸੱਚਾ ਸੁੱਚਾ ਬੰਦਾ, ਮੈਂ ਲੜਾਂਗਾ, ਮੇਰਾ ਕਾਨੂੰਨ ਦੇ ਵਿੱਚ ਵਿਸ਼ਵਾਸ ਹੈ, ਮੇਰਾ ਰੱਬ ਦੇ ਵਿੱਚ ਵਿਸ਼ਵਾਸ ਹੈ, ਮੈਂ ਲੜਾਂਗਾ, ਮੈਂ ਭੱਜਾਂਗਾ ਨਹੀਂ। ਉਹ ਸਿਕਿਉਰਿਟੀ ਵੀ ਛੱਡ ਕੇ ਭੱਜਿਆ। ਵਰਕ ਸਾਹਿਬ ਦਲੇਰੀ ਕਿੱਥੇ ਹੈ?
ਇਹ ਦਲੇਰੀ ਨਹੀਂ ਹੈ। ਬਿਲਕੁਲ ਠੀਕ ਇਹ ਬੁਝਦਲੀ ਆ। ਅਕਸਰ ਇਹ ਵੇਖਿਆ ਜਾਂਦਾ ਜੀ, ਜਿਸ ਤਰ੍ਹਾਂ ISIS ਵਾਲੇ ਅਸੀਂ ਵੇਖਦੇ ਹਾਂ ਵੀਡੀਓਜ਼ ਵੀ ਕਿੱਦਾਂ ਇੱਦਾਂ ਕਰਕੇ ਗਲੇ ਵੱਢਦੇ ਆ, ਉਹਨਾਂ ਦੇ ਅੰਗ ਵੱਢਦੇ ਆ, ਬੁਰੀ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਉਹ ਮਤਲਬ ਟੌਰਚਰ ਕਰਦੇ ਆ, ਅਤੇ ਜਦੋਂ ਉਹ ਫੜੇ ਜਾਂਦੇ ਆ ਫਿਰ ਬੱਚਿਆਂ ਨੂੰ ਰੋਂਦੇ ਵੇਖੇ ਆ। ਬਿਲਕੁਲ ਠੀਕ ਹੈ ਕਿ ਜ਼ਾਲਮ ਬੰਦਾ ਕਦੀ ਦਲੇਰ ਨਹੀਂ ਹੁੰਦਾ। ਇਹ ਬੱਚਿਆਂ ਵਾਂਗੂ ਰੋਏਗਾ ਕੰਧਾਂ ਵੇਖ ਕੇ ਜੇਲ੍ਹ ਦੀਆਂ ਜਿਸ ਦਿਨ ਤੁਸੀਂ ਇਹਨੂੰ ਅੰਦਰ ਦੇ ਦਿੱਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਖਾਂ 'ਚ ਘਸੁੰਨ ਦੇ ਕੇ ਇੱਕ ਗੱਲ ਵਿਰਕ ਸਾਹਿਬ, ਕੋਈ ਧਮਕੀ ਜਾਂ ਕੋਈ ਵੱਡੀ ਆਫਰ ਖਰੀਦਣ ਦੀ ਕੋਸ਼ਿਸ਼ ਤੁਹਾਨੂੰ ਲੱਗਦਾ ਮੈਨੂੰ ਦੇ ਸਕਦਾ ਕੋਈ? ਮੇਰਾ ਖਿਆਲ ਨਾਲ ਦੇਖੋ, ਜਿਸ ਇੰਨੀ ਕੁ ਇਮੇਜ ਮੈਂ ਬਣਾ ਚੁੱਕਿਆ ਕਿ ਮੈਨੂੰ ਕੋਈ ਪੈਸਿਆਂ ਦੀ ਆਫਰ ਨਹੀਂ ਦੇਊਗਾ, ਔਰ ਜੇ ਮੈਨੂੰ ਕੋਈ ਧਮਕੀ ਦੇਣ ਦੀ ਹਿੰਮਤ ਰੱਖ ਰਿਹਾ ਹੁੰਦਾ ਤੇ ਤੁਹਾਡਾ ਸਵਾਲ ਵੀ ਨਾ ਆਉਂਦਾ ਤੇ ਮੈਂ ਇੱਥੇ ਹੁੰਦਾ ਵੀ ਨਾ। ਵੇਖੋ, ਮੈਂ ਫਿਰ ਉਹੀ ਗੱਲ ਕਹਾਂਗਾ ਕਿ ਅਕਸਰ ਇਹੋ ਜਿਹੇ ਕੇਸਾਂ 'ਚ ਪੋਸੀਬਿਲਿਟੀ ਹੈ, ਕਿਉਂਕਿ ਜਿਹੜਾ ਬੰਦਾ ਜੱਜਾਂ ਨੂੰ ਪ੍ਰਭਾਵਿਤ ਕਰਵਾ ਸਕਦਾ ਹੈ ਪੂਲੇ ਵਰਗੇ ਬੰਦੇ ਕੋਲ, ਹਾਂਜੀ, ਅਤੇ ਉਹ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦੀ ਨਾਕਾਮ ਕੋਸ਼ਿਸ਼ ਵੀ ਸ਼ਾਇਦ ਕਰ ਸਕਦਾ ਹੋਵੇ। ਨਹੀਂ, ਕੋਸ਼ਿਸ਼ ਦੇਖੋ ਜੇ ਕੀਤੀ ਹੈ, ਮੇਰੇ ਤੱਕ ਤਾਂ ਪਹੁੰਚੀ ਨਹੀਂ, ਅਜੇ ਤੱਕ ਪਹੁੰਚੀ ਨਹੀਂ। ਜੇ ਤੁਹਾਡੇ ਤੱਕ ਪਹੁੰਚੀ ਹੈ, ਮੇਰੇ ਤੱਕ ਪਹੁੰਚਾ ਦਿਓ, ਉਹਨੂੰ ਮੈਸੇਜ ਕਲੀਅਰ ਹੋ ਜਾਊਗਾ ਕਿ ਉਹਦਾ ਕੰਮ ਬਣ ਰਿਹਾ ਕਿ ਨਹੀਂ ਬਣ ਰਿਹਾ। ਉਹਦਾ ਕਾਰਨ ਇਹ ਹੈ, ਦੇਖੋ ਬੜੀ ਸਿੰਪਲ ਜੀ ਗੱਲ ਹੈ, ਜਦੋਂ ਰੱਬ ਦਾ ਰਾਹ ਤੁਸੀਂ ਫੜ ਲੈਂਦੇ ਹੋ ਨਾ ਜੀ, ਫਿਰ ਤੁਸੀਂ ਪਿੱਛੇ ਨਹੀਂ ਹਟ ਸਕਦੇ। ठीक है, गुरु साहब ने क्या है, पहला मरण कबूल जीवन की छठियास हो सब ना की रेन का तो आओ हमारे पास। मतलब मैनू दसो मेरे कोल की ऑप्शन है। ਤੁਸੀਂ ਤੇ ਗੁਰਬਾਣੀ ਨੂੰ ਕਾਫੀ ਜਾਣਦੇ ਆ ਔਰ ਕਾਫੀ ਆਧਾਰ ਮੰਨ ਕੇ ਉਹਨੂੰ ਹੀ ਚੱਲ ਰਹੇ ਹੋ, ਤੇ ਤੁਹਾਡੀ ਤੇ ਜਿੱਤ ਨਿਸ਼ਚਿਤ ਆ ਵਿਰਕ ਸਾਹਿਬ। ਮੈਂ ਤਾਂ ਪਹਿਲਾਂ ਹੀ ਕਹਿਤਾ ਸੀ, ਨਿਸ਼ਚੈ ਕਰ ਆਪਣੀ ਜੀਤ ਕੋ ਨੂੰ ਤਾਂ ਗੁਰੂ ਸਾਹਿਬ ਕਹਿ ਗਏ। ਜੀ ਜੀ ਜੀ। ਦੇਖੋ ਮੈਂ ਕਿਉਂ ਕੌਨਫੀਡੈਂਟ ਹਾਂ ਇਸ ਚੀਜ਼ ਤੇ, ਜੇ ਅਰਦਾਸਾਂ ਨਾਲ ਹੋਈਆਂ ਹੁੰਦੀਆਂ। ਦੇਖੋ ਗੁਰਬਾਣੀ 'ਚ ਆਉਂਦਾ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ। ਅਖੀਰ ਦੇ ਵਿੱਚ ਰੱਬ ਨਾਲ ਹੈ, ਸ਼ੁਰੂ ਤੋਂ ਐਂਡ ਤੱਕ ਨਾਲ ਹੈ। ਤੁਸੀਂ ਗੁਰਬਾਣੀ ਦੀ ਗੱਲ ਕੀਤੀ ਹੈ, 100 ਝਟਕੇ ਕੇਸ 'ਚ ਵੀ ਲੱਗਦੇ ਹੈ, 100 ਵਾਰੀ ਡਿਸਅਪੋਇੰਟਮੈਂਟ ਵੀ ਹੁੰਦੀ ਹੈ। ਇਹਨੂੰ ਐਂਟੀਸਪੇਟਰੀ ਬੇਲ ਮਿਲ ਗਈ, ਕੁਛ ਹੋਰ ਹੋ ਗਿਆ, 100 ਡਿਸਅਪੋਇੰਟਮੈਂਟਸ ਹੋਈਆਂ। ਫਿਰ ਮਨ ਨੂੰ ਸਮਝਾਈਦਾ ਹੈ, ਫਿਰ ਰੱਬ ਕੋਲ ਕਹੀਦਾ ਹੈ, ਫਿਰ ਗੁਰਬਾਣੀ ਯਾਦ ਆਉਂਦੀ ਹੈ ਕਿ ਔਖੀ ਘੜੀ ਨਾ ਦੇਖਣ ਦੇ ਅਬਤਾ ਬਿਰਤ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤਿਪਾਲੇ। ਫਿਰ ਉਸ ਟੱਬਰ ਦੀ ਹਿੰਮਤ ਦਿਸਦੀ ਹੈ ਜਿਹਨੇ ਤਸ਼ੱਦਦ ਬੇਅਰ ਕੀਤੀ, ਕਾਨੂੰਨੀ ਦਾਇਰੇ 'ਚ ਲੜਾਈ ਲੜਨ ਦਾ ਫੈਸਲਾ ਲਿਆ, ਹਥਿਆਰ ਨਹੀਂ ਚੁੱਕੇ। ਉਹਨਾਂ ਚੀਜ਼ਾਂ ਤੋਂ ਬਾਅਦ ਦੇਖੋ ਗੁਰਬਾਣੀ ਦਾ ਜੀ ਆਸਰਾ ਹੈ, ਜਿਉਣ ਦਾ ਸਹਾਰਾ ਹੈ। ਉਹ ਰਾਹ ਲੈ ਕੇ ਸੁਮੇਧ ਸਿੰਘ ਸੈਣੀ ਵਰਗੇ ਨੂੰ ਵੀ ਕਾਨੂੰਨ ਦਾ ਡਰ ਨਾ ਪਾਇਆ, ਰੱਬ ਦਾ ਖੌਫ ਨਾ ਦਿਖਾਇਆ, ਤੇ ਰੱਬ ਦੇ ਬੰਦੇ ਕਾਹਦੇ ਸੀ। ਵਿਰਕ ਸਾਹਿਬ, ਇੱਕ ਗੱਲ ਜਿਹੜੀ ਆ ਕਿ ਇਸ ਤਰ੍ਹਾਂ ਦੇ ਪੁਲਿਸ ਅਫਸਰਾਂ ਦੀਆਂ ਜ਼ਿਆਦਤੀਆਂ ਕਹਿ ਲਓ ਜਾਂ ਜੋ ਬਰਗਾੜੀ 'ਚ ਹੋਇਆ ਉਹਦਾ ਕਰਕੇ ਕਹਿ ਲਓ, ਕਿਤੇ ਨਾ ਕਿਤੇ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਫਿਰ ਉੱਠਣੀ ਸ਼ੁਰੂ ਹੋ ਗਈ। ਮਹਿਸੂਸ ਕਰਨ ਲੱਗ ਗਿਆ ਇੱਕ ਖਾਸ ਵਰਗ, ਵੱਡੀ ਗਿਣਤੀ 'ਚ ਲੋਕ, ਵੀ ਸਾਨੂੰ ਇੰਡੀਪੈਂਡੈਂਸ ਚਾਹੀਦੀ ਹੈ ਜਾਂ ਸਾਨੂੰ ਅਲੱਗ ਚਾਹੀਦਾ, ਵੀ ਅਸੀਂ ਆਪਣਾ ਧਰਮ ਦਾ ਸਤਿਕਾਰ ਕਰ ਸਕੀਏ, ਗੁਰੂ ਸਾਹਿਬ ਦਾ ਸਤਿਕਾਰ ਕਰ ਸਕੀਏ, ਵੀ ਅੱਜ ਦੀ ਡੇਟ ਦੇ ਵਿੱਚ ਸਟੇਟ ਦੇ ਨਾਲ ਸਾਡੇ ਇਹ ਹੱਕ ਮਹਿਫੂਜ਼ ਨਹੀਂ। ਕਿਤੇ ਨਾ ਕਿਤੇ ਇਹੋ ਜਿਹੇ ਪੁਲਿਸ ਅਫਸਰਾਂ ਦੀ ਕਾਰਗੁਜ਼ਾਰੀ ਵੀ ਉਹਦੇ ਵਿੱਚ ਮਤਲਬ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਦੇਖੋ ਮੈਂ ਵਾਰੀ ਜਿਹੜੀ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਹਾਰ ਕੇ ਹਿੰਮਤ, ਹਥਿਆਰ ਨਾ ਚੁੱਕੋ, ਉਹ ਇਸੇ ਕਰਕੇ ਦੇਣੀ ਪੈ ਰਹੀ ਹੈ ਐਗਜ਼ਾਮਪਲ, ਕਿਉਂਕਿ ਸੁਮੇਧ ਸਿੰਘ ਸੈਣੀ ਵਰਗੇ ਕੰਮ ਹੀ ਆ ਕਰ ਰਹੇ ਹੈ। ਇਨੋਸੈਂਟ ਲੋਕਾਂ ਨੂੰ ਜਦੋਂ ਤੁਸੀਂ ਮਾਰ ਦੋਗੇ, ਉਹਨਾਂ ਦੀ ਫੈਮਿਲੀਜ਼ ਨੂੰ ਇਨਸਾਫ ਨਹੀਂ ਲੈਣ ਦੋਗੇ, ਤੇ ਕਿਤੇ ਨਾ ਕਿਤੇ ਇਹੋ ਜਿਹੀ ਖਾਲਿਸਤਾਨ ਦੀ ਡਿਮਾਂਡ, ਮਤਲਬ ਸਿਸਟਮ ਦੇ ਖਿਲਾਫ ਇੱਕ ਰਿਵੋਲਟ ਸ਼ੁਰੂ ਹੋ ਜਾਂਦਾ ਹੈ। ਹੁਣ ਤੁਸੀਂ ਬਰਗਾੜੀ ਦੀ ਬੜੀ ਰੈਲੇਵੈਂਟ ਐਗਜ਼ਾਮਪਲ ਦਿੱਤੀ ਹੈ। ਤੁਸੀਂ ਬਰਗਾੜੀ ਜਾਂ ਬਹਿਬਲ ਕਲਾਂ ਵਾਲਾ ਇੰਸੀਡੈਂਟ ਵੇਖੋ, ਤੇ ਬੇਅਦਬੀ ਮਾਮਲੇ ਦੇ ਵਿੱਚ ਗੁਰੂ ਸਾਹਿਬ ਦੇ ਮਤਲਬ ਸਮਝੋ ਅੰਗਾਂ ਦੀ ਬੇਅਦਬੀ ਹੋ ਰਹੀ ਹੈ, ਤੇ ਉਹਦੇ ਲਈ ਪਾਠ ਕਰਦੇ ਹੋਏ ਲੋਕਾਂ ਦੇ ਉੱਤੇ AK-47 ਤੋਂ ਫਾਇਰਿੰਗ ਕਰਵਾਉਣ ਦਾ, ਜੇ ਬੰਦੇ ਉਸ ਚੀਜ਼ ਤੋਂ ਬਾਅਦ ਹੀ ਖਾਲਿਸਤਾਨ ਦੀ ਮੰਗ ਉੱਠੀ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਤਾਂ ਹੀ ਉੱਠੀ ਵੀ ਕੋ ਸੁਮੇਧ ਸਿੰਘ ਸੈਣੀ ਵਰਗੇ ਨੇ ਪਾਠ ਕਰਦੇ ਲੋਕਾਂ 'ਤੇ ਗੋਲੀਆਂ ਚਲਾਤੀਆਂ। ਮਤਲਬ ਤੁਸੀਂ ਇਹ ਵੇਖੋ ਕਿਹੜੀ ਇਨਸਾਨੀਅਤ। ਇਹਦਾ ਮਤਲਬ ਵਰਦੀ ਦਾ ਦੁਰਵਰਤੋਂ ਵੀ ਕਿਸ ਹੱਦ ਤੱਕ ਅਖੀਰ 'ਚ ਉਸੇ ਸਰਕਾਰ ਨੂੰ ਇਹਨੂੰ DGP ਤੋਂ ਬਦਲਣਾ ਪਿਆ। ਹੁਣ ਜਿਹੜੇ ਬੰਦੇ ਨੇ ਕਦੇ ਤਫਤੀਸ਼ ਢੰਗ ਨਾਲ ਕੀਤੀ ਹੋਵੇ, ਜੈਨੂਇਨ ਅਕਿਊਜ਼ਡ ਫੜੇ ਹੋਣ, ਕਾਨੂੰਨੀ ਦਾਇਰੇ 'ਚ ਉਹਨਾਂ ਨੂੰ ਸਜ਼ਾ ਦਵਾਈ ਹੋਵੇ, ਉਹਨੂੰ ਤਾਂ ਚੀਜ਼ਾਂ ਪਤਾ ਹੋਣਗੀਆਂ ਕਿ ਜੇ ਪੀਸਫੁਲ ਪ੍ਰੋਟੈਸਟ ਕਿਤੇ ਹੋ ਰਿਹਾ ਹੈ ਅਤੇ ਉੱਥੇ ਜਾ ਕੇ ਗੱਲ ਸੁਣੀ ਦੀ ਹੈ, ਤਫਤੀਸ਼ ਕਰਕੇ ਬੇਅਦਬੀ ਕਰਨ ਵਾਲਿਆਂ ਨੂੰ ਲੱਭੀਦਾ ਹੈ। ਉਹਨੇ ਜੋ ਜ਼ਿੰਦਗੀ 'ਚ ਕੀਤਾ ਸੀ ਕਿ ਜੀ ਇਨੋਸੈਂਟ ਚੁੱਕੋ, ਮਾਰ ਕੇ ਸੁੱਟ ਦਿਓ, ਉਹਨੇ ਉਹੀ ਚੀਜ਼ ਕੀਤੀ, ਉਹੀ ਆਰਡਰ ਦਿੱਤੇ ਕਿ ਜੀ ਇਨੋਸੈਂਟ ਪਾਠ ਕਰਦੇ ਆ, ਗੋਲੀਆਂ ਚਲਾ ਦਿਓ, ਮਾਰ ਦਿਓ।
ਉਹਨੂੰ ਇਨੋਸੈਂਟ ਮਾਰਨਾ ਆਉਂਦਾ ਸੀ, ਉਹਨੇ ਉਹੀ ਕੀਤਾ। ਇਸ ਤੋਂ ਬਾਅਦ ਇਹੋ ਜਿਹੀਆਂ ਡਿਮਾਂਡਸ ਤਾਂ ਉੱਠਣੀਆਂ ਹੀ ਸੀ। ਮੈਂ ਤਾਂ ਹੀ ਤੁਹਾਡੇ ਦਰਸ਼ਕਾਂ ਨੂੰ ਵੀ ਆਹੀ ਵਾਰੀ ਚੀਜ਼ ਦੀ ਰਿਕੁਐਸਟ ਕਰ ਰਿਹਾ। ਇੱਕ ਮਤਲਬ ਮੇਰੇ ਵੱਲੋਂ ਬੇਨਤੀ ਹੈ ਕਿ ਦੇਖੋ, ਹਿੰਮਤ ਨਾ ਹਾਰੋ, ਪਰ ਗਲਤ ਰਾਹ ਆਪਾਂ ਨੂੰ ਲੈਣ ਦੀ ਲੋੜ ਨਹੀਂ। ਆਪਾਂ ਸਿਸਟਮ ਸੁਧਾਰਨਾ ਹੈ, ਆਪਾਂ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਸੁਧਾਰਨਾ ਹੈ। ਸਾਡੇ ਲਈ ਇਹ ਬਹੁਤ ਜ਼ਰੂਰੀ ਹੈ, ਰੱਬ 'ਚ ਵਿਸ਼ਵਾਸ ਰੱਖਣਾ ਔਰ ਇਸ ਸਿਸਟਮ ਨੂੰ ਰਹਿਣ ਲਾਇਕ ਬਣਾ ਕੇ ਰੱਖਣਾ। ਉਹ ਸੁਮੇਧ ਸਿੰਘ ਸੈਣੀ ਵਰਗੀ ਨੂੰ ਕਾਨੂੰਨੀ ਦਾਇਰੇ 'ਚ ਸਜ਼ਾ ਦਵਾ ਕੇ ਇੱਕ ਐਗਜ਼ਾਮਪਲ ਸੈੱਟ ਕਰਨਾ ਹੈ, ਤਾਂ ਕਿ ਦੁਬਾਰਾ ਇਹੋ ਜਿਹੇ ਅਫਸਰ ਇਹ ਰਾਹ ਫੜਨ ਦੀ ਸੋਚਣ ਵੀ ਨਾ। ਕਿਤੇ ਨਾ ਕਿਤੇ ਗੁਰੂ ਸਾਹਿਬ ਨਾਲ ਮੱਥਾ ਲੱਗ ਗਿਆ, ਅਤੇ ਜਿਹਦਾ ਗੁਰੂ ਸਾਹਿਬ ਨਾਲ ਮੱਥਾ ਲਾ ਲਿਆ ਫਿਰ ਉਹਦਾ ਰਿਹਾ ਤਾਂ ਕੁਝ ਨਹੀਂ। ਔਰ ਇੱਕ ਗੱਲ ਜਿਹੜੀ ਬੜੀ ਸੋਹਣੀ ਵਿਰਕ ਸਾਹਿਬ ਨੇ ਕੀਤੀ ਹੈ ਕਿ ਇਸ ਤਰ੍ਹਾਂ ਦੇ ਅਫਸਰਾਂ ਦੀਆਂ ਵਧੀਕੀਆਂ ਕਰਕੇ ਰੋਸ ਉੱਠਦਾ ਹੈ ਜਾਂ ਖਾਲਿਸਤਾਨ ਦੀ ਵੱਖਰੇ ਰਾਜ ਦੀ ਗੱਲ ਜਿਹੜੀ ਆ ਉੱਠਦੀ ਹੈ। ਆਉਣ ਵਾਲੇ ਸਮੇਂ 'ਚ ਆਪਣੇ ਆਪ ਨੂੰ ਮੋਸਟ ਡੈਕੋਰੇਟਡ ਅਫਸਰ ਸਮਝਣ ਵਾਲਾ ਸੁਮੇਧ ਸੈਣੀ ਸਭ ਤੋਂ ਵੱਡੇ ਲਾਹਨਤੀ ਦੇ ਤੌਰ 'ਤੇ ਯਾਦ ਕੀਤਾ ਜਾਊਗਾ ਕਿ ਇਹਨੇ ਸਿੱਖ ਨੌਜਵਾਨਾਂ 'ਤੇ ਇਹਨੇ ਜ਼ੁਲਮ ਕੀਤੇ, ਇਹਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ, ਇਹਨੇ ਇਨਸਾਫ ਨਹੀਂ ਲੋਕਾਂ ਨੂੰ ਸਹੀ ਦਿੱਤਾ, ਅਤੇ ਅੱਜ ਇਹ ਵੱਖਰਾ ਜਿਹੜਾ ਇੱਕ ਨੇਸ਼ਨ ਬਣ ਗਿਆ। ਉੱਥੇ ਵੀ ਜਿਹੜਾ ਇਹਨੂੰ ਇੱਕ ਲਾਹਨਤੀ ਕਿਰਦਾਰ ਦੇ ਤੌਰ 'ਤੇ ਯਾਦ ਕੀਤਾ ਜਾਊਗਾ। ਇਹ ਗੱਲ ਸੱਚ ਹੈ ਵਿਰਕ ਸਾਹਿਬ ਕਿ ਮੱਥੇ 'ਤੇ ਕਲੰਕ ਲੱਗ ਜੇ ਅਤੇ ਸੀਨੇ 'ਤੇ ਲੱਗੇ ਧਮਗੇ ਕੋਈ ਨਹੀਂ ਵੇਖਦਾ, ਅਤੇ ਹੁਣ ਉਹਦਾ ਮੱਥੇ 'ਤੇ ਕਲੰਕ ਨਹੀਂ, ਮੈਂ ਤਾਂ ਸਾਰਾ ਮੂੰਹ ਹੀ ਕਾਲਾ ਹੋ ਗਿਆ। ਸਰ ਉਹ ਬੇਨਕਾਬ ਹੋ ਰਿਹਾ, ਸਿਰਫ ਜਿਹੜਾ ਮਾਸਕ ਉਹਨੇ ਲਾਇਆ ਹੋਇਆ ਸੀ ਉਹ ਉਤਰਿਆ ਹੈ। ਹੈਵਾਨੀਅਤ ਵਾਲਾ ਚਿਹਰਾ ਹੁਣ ਸਾਹਮਣੇ ਆਇਆ ਹੈ। ਮੈਂ ਇਸ ਕੇਸ ਦੇ ਵਿੱਚ ਆਹੀ ਮੇਨ ਚੀਜ਼ ਸ਼ੁਰੂ ਤੋਂ ਕਹਿ ਰਿਹਾ ਕਿ ਮੇਨ ਗੱਲ ਜਿਹੜੀ ਹਾਈਲਾਈਟ ਕਰਨ ਵਾਲੀ ਇਹ ਹੈ ਕਿ ਇਨੋਸੈਂਟ ਲੋਕਾਂ ਨੂੰ ਅੱਤਵਾਦੀ ਬਣਾ ਰਿਹਾ ਹੈ, ਜੋ ਬਹੁਤ ਘਟੀਆ ਹਰਕਤ ਹੈ। ਔਰ ਇਹ ਪੁਲਿਸ ਵਾਲੇ ਦੇ ਫਰਜ਼ ਨਹੀਂ ਹੈ, ਪੁਲਿਸ ਵਾਲੇ ਦੇ ਫਰਜ਼ ਦੇ ਉਲਟ ਹੈ। ਇਹਨੂੰ ਸਜ਼ਾ ਦਿਵਾਉਣੀ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੁਲਿਸ ਅਧਿਕਾਰੀ ਇਸ ਤਰ੍ਹਾਂ ਦੀ ਗਲਤੀ ਨਾ ਕਰੇ, ਆਪਣੇ ਵਿਧਾਨ 'ਚ ਮਿਲੇ ਹੋਏ ਅਧਿਕਾਰਾਂ ਦੀ ਦੁਰਵਰਤੋਂ ਨਾ ਕਰੇ। ਇਸ ਕਰਕੇ ਇਹੋ ਜਿਹੇ ਪੁਲਿਸ ਅਫਸਰ ਨੂੰ ਸਲਾਖਾਂ ਦੇ ਪਿੱਛੇ ਸੁੱਟਣਾ ਬਹੁਤ ਜ਼ਰੂਰੀ ਹੈ, ਉਹਨੂੰ ਸਜ਼ਾ ਦੇਣੀ ਬੜੀ ਜ਼ਰੂਰੀ ਹੈ। ਆਉਣ ਵਾਲੇ ਸਮੇਂ 'ਤੇ ਨਜ਼ਰਾਂ ਰਹਿਣਗੀਆਂ ਜੀ ਭਾਰਤੀ ਨਿਆਂ ਪ੍ਰਣਾਲੀ ਦੇ ਉੱਤੇ, ਔਰ ਪ੍ਰਦੀਪ ਵਿਰਕ ਜੀ ਬਹੁਤ ਮਿਹਨਤ ਕਰ ਰਹੇ ਨੇ ਇਸ ਕੇਸ ਦੇ ਵਿੱਚ। ਆਖਰੀ ਸਵਾਲ ਵਿਰਕ ਸਾਹਿਬ, ਸਾਡੀਆਂ ਪੰਥਕ ਧਿਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਤੁਹਾਡੀ ਪਿੱਠ 'ਤੇ ਖੜੀਆਂ ਨੇ। ਮੈਨੂੰ ਕਿਤੇ ਕੋਈ ਅਖਬਾਰਾਂ 'ਚ ਬਿਆਨ ਜਾਂ ਕੋਈ ਇੰਟਰਵਿਊਜ਼ ਜਾਂ ਕੋਈ ਗੱਲਬਾਤ ਸੁਣਨ ਨੂੰ ਮਿਲੀ ਨਹੀਂ। ਮੈਂ ਕਿਹਾ ਸ਼ਾਇਦ ਤੁਹਾਡੀ ਮੋਰਲ ਸਪੋਰਟ ਲਈ ਕਿਤੇ ਤੁਹਾਨੂੰ ਫੋਨ ਕਾਲਸ ਆਉਂਦੇ ਹੋਣ। ਸਰ ਮੈਂ ਕਿਸੇ ਧਿਰ ਨੂੰ ਲੈ ਕੇ ਨਹੀਂ ਚੱਲਿਆ ਕਦੇ। ਮੇਰੇ ਇੱਕੋ ਹੀ ਧਿਰ ਹੈ, ਰੱਬ। ਮੈਂ ਰੱਬ ਨੂੰ ਲੈ ਕੇ ਚੱਲਿਆ, ਰੱਬ ਗਵਾਹ ਹੈ। ਜੇ ਕਿਤੇ ਝੂਠ ਬੋਲ ਰਿਹਾ ਹੋਵਾਂ, ਰੱਬ ਅੱਜ ਮੈਨੂੰ ਇਸ ਦੁਨੀਆ 'ਚੋਂ ਚੁੱਕ ਲਵੇ। ਨਿਕਲਿਆ वो गुरु साहब की गल है, कोई किसी को राज न दे है, जो ले है निज बल से ले है। मैं निकलिया रब 'च विश्वास करके निकलिया। इस लड़ाई दे विच जिहड़ियां धिरां आईयां नाल, हुण जे तुसीं कहो मुल्तानी टब्बर एज अ धिर नाल है, जे तुसीं कहो SIT नाल है, वो धिर नाल है। क्यों? काम तो वो भी फड़न दा ही कर रहे हैं। जे तुसीं कहो सरकार नाल है, SIT सरकार का हिस्सा है, पर सरकार वालों सैनी नूं फड़न दी CM साहब वालों चॉइस नहीं है, क्योंकि जे CM साहब ने फड़ना हुंदा, वेंडेटा हुंदा तो 3.5 साल पहलां चुक लैंदे। सो जे मेरे नाल कोई धिर है, वो इस तरह की धिर है। पर जे मैं आ केस लड़ रहा एज अ लॉयर, वो किसी धिर दे सिर ते नहीं लड़ रहा। वो लॉयर के तौर पर जिहड़ा मेरा काम है, वो एक बार जो क्लाइंट ने वकालतनामा साइन करके देता, हुण वो क्लाइंट मैनूं कदों तक रिटेन करदे उहदी मर्जी है। पर वो जोड़ा केस लड़न का है, वो किसी धिर के बेस पर नहीं होंदा, वो तुहाडी अपने एफर्ट होंदी है, अपना ज़मीर होंदा है। हाँ, ये मैं कदे नहीं सोचिया सी कि अज मेरे नाल सारी दुनिया तो अरदासां शुरू हो जाणगियां और मेरे लिए बहुत वड्डा धिर बन जाऊगा। जे अज पुछो, अज बेअंत धिर नाल ने। जदों शुरुआत कीती सी उदों पता सी जे आ परचा दर्ज हो गया, ये एक थोड़े दिन बाद किसी पार्टिकुलर पोलीटिकल पार्टी की मतलब सपोर्ट की लोड़ नहीं, तुहानूं आम जनहित आ जिहड़ियां आम आवाम है, संगतां वा, उन्हां दीयां अरदासां दी लोड़ है। बिल्कुल, और वो आ गईयां, नाल आउंदियां रहणगियां, नाल रहणगियां। और ये मैं एक्चुअली कह रहा, मतलब ये कोई दो राय नहीं है। मैं किसी धिर दे हुदे ते नहीं चलिया सी। मैं तो मैनूं की पता सी कि इन्नियां, मतलब जे मैनूं पता हुंदा कि सैनी नूं हत्थ पाउण ते इन्नियां अरदासां मिलणियां तो शायद मैं बहुत पहला पा लैंदा। पर वो तो चलो हुण क्लाइंट की मर्जी होंदी है, उन्हें कदों कंप्लेंट देनी है। ये रिटायर होया है, टब्बर डर के अगे आया। नहीं तो दिसंबर 2011 जो केस क्वैश होया सी, उदों प्रोफैसर भुल्लर की फैमिली वालों मिस्टर बाल गोपाल नूं असिस्ट कर रहा सी। उदों भी किते ना किते मन च एक अफसोस सी
ਕਿ ਹਾਂ ਯਾਰ ਇਹ ਬਚਣਾ ਨਹੀਂ ਚਾਹੀਦਾ ਸੀ, ਇਹ ਬਹੁਤ ਧੱਕਾ ਕੀਤਾ ਇਹਨੇ। ਹਾਲਾਂਕਿ ਉਦੋਂ ਆਹ ਡਿਟੇਲ ਨਹੀਂ ਸੀ ਕਿ ਡੰਡਾ ਅੰਦਰ ਦਿੱਤਾ ਅਤੇ ਉਹ ਸਾਰਾ, ਉਹ ਡਿਟੇਲਸ ਉਦੋਂ ਸਾਹਮਣੇ ਨਹੀਂ ਆਈਆਂ ਸੀ ਉਸ ਹੱਦ ਤੱਕ। ਪਰ ਠੀਕ ਹੈ, ਹੁਣ ਇਹ ਬੇਅੰਤ ਖੁਸ਼ੀ ਹੈ ਕਿ ਰੱਬ ਨੇ ਇੰਨੇ ਜੋਗਰੇ ਕੀਤਾ ਹੈ ਕਿ ਲੋਕੀ। ਬਹੁਤ ਸ਼ੁਕਰੀਆ ਜੀ। ਵਿਰਕ ਸਾਹਿਬ ਨੇ ਬਹੁਤ ਹੀ ਬੇਬਾਕੀ ਦੇ ਨਾਲ ਤੇ ਬੜੀ ਖੂਬਸੂਰਤੀ ਦੇ ਨਾਲ ਸਾਡੇ ਹਰ ਸਵਾਲ ਦਾ ਜਵਾਬ ਦਿੱਤਾ ਤੇ ਇੱਕੋ ਇੱਕ ਟੇਕ ਉਹਨਾਂ ਦੀ ਸਤਿਗੁਰ 'ਤੇ ਆ, ਉਸ ਅਕਾਲ ਪੁਰਖ 'ਤੇ ਆ ਕਿ ਉਹ ਮੇਰੇ ਨਾਲ ਆ। ਮੈਂ ਇਸ ਜ਼ੁਲਮ ਕਰਨ ਵਾਲੇ ਦੇ ਵਿਰੁੱਧ ਸੱਚ ਦੇ ਹੱਕ ਦੇ ਵਿੱਚ ਲੜ ਰਹੇ ਹਾਂ। ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਹੰਝੂ ਅਜੇ ਤੱਕ ਸੁੱਕੇ ਨਹੀਂ ਆਪਣੇ ਪੁੱਤਾਂ ਦੇ ਇੰਤਜ਼ਾਰ ਦੇ ਵਿੱਚ, ਉਹਨਾਂ ਦੀਆਂ ਦੁਆਵਾਂ ਇਹਨਾਂ ਦੇ ਨਾਲ ਨੇ ਤੇ ਉਹਨਾਂ ਦੀਆਂ ਬਦਦੁਆਵਾਂ ਸੈਣੀ ਦੇ ਖਾਤੇ 'ਚ ਨੇ। ਆਉਣ ਵਾਲਾ ਸਮਾਂ ਦੱਸੇਗਾ ਭਾਰਤੀ ਨਿਆਂ ਪ੍ਰਣਾਲੀ ਜਿਹੜੀ ਆ ਕਿਸ ਤਰ੍ਹਾਂ ਇਸ ਕੇਸ ਨੂੰ ਲੈਂਦੀ ਆ। ਕਿਤੇ ਨਾ ਕਿਤੇ ਜਿਹੜੀ ਆ ਉਮੀਦ ਹੈ, ਕਿਉਂਕਿ ਇਹ ਰਾਮ ਰਹੀਮ ਨਾਲੋਂ ਪਾਵਰਫੁਲ ਨਹੀਂ, ਕਿਉਂਕਿ ਜੇ ਉਸ ਕੇਸ ਦੇ ਵਿੱਚ ਫੈਸਲਾ ਆ ਗਿਆ ਤੇ ਲੋਕਾਂ ਦਾ ਵਿਸ਼ਵਾਸ ਬਣਿਆ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ, ਇਹ ਵੀ ਕੇਸ ਇੱਕ ਐਸਾ ਮਿਸਾਲੀ ਕੇਸ ਹੋਵੇਗਾ ਪੁਲਿਸ ਡਿਪਾਰਟਮੈਂਟ ਦੇ ਸੀਨੀਅਰ ਆਫੀਸਰਸ ਲਈ ਵੀ ਤੇ ਆਮ ਜਨਤਾ ਦੇ ਲਈ ਵੀ, ਜਿਹੜੇ ਕਦੀ ਕਦੀ ਕਹਿ ਦਿੰਦੇ ਨੇ ਕਿ ਭਾਰਤੀ ਨਿਆਂ ਪ੍ਰਣਾਲੀ ਜਿਹੜਾ ਬੜੀ ਡਿਲੇ ਕਰ ਦਿੰਦੀ ਆ, ਬੜੀ ਦੇਰ ਕਰ ਦਿੰਦੀ ਆ, ਪਰ ਦੇਰ ਆਏ ਦਰੁਸਤ ਆਏ। ਇਸ ਤਰ੍ਹਾਂ ਦਾ ਆਫੀਸਰ ਦਾ ਖੁੱਲ੍ਹੇ ਫਿਰਨਾ ਸਮਾਜ ਲਈ ਬਹੁਤ ਘਾਤਕ ਆ, ਜਿਹੜਾ PCS ਅਫਸਰਾਂ ਨੂੰ ਧਮਕਾ ਸਕਦਾ, ਜੱਜਾਂ ਨੂੰ ਧਮਕਾ ਸਕਦਾ, IAS ਅਫਸਰਾਂ ਦੇ ਬੱਚਿਆਂ ਨੂੰ ਮਾਰ ਸਕਦਾ ਹੈ ਔਰ ਇਹ ਕੁਛ ਵੀ ਕਰ ਸਕਦਾ। ਇਹ ਬੰਦਾ ਸਮਾਜ ਲਈ ਬਹੁਤ ਵੱਡਾ ਖਤਰਾ ਹੈ, ਇਹਦਾ ਸਲਾਖਾਂ ਦੇ ਪਿੱਛੇ ਜਾਣਾ ਬਹੁਤ ਜ਼ਰੂਰੀ ਹੈ। ਤੁਸੀਂ ਅਰਦਾਸਾਂ ਦੁਆਵਾਂ ਕਰਦੇ ਰਹੋ, ਵਿਰਕ ਸਾਹਿਬ ਮਿਹਨਤ ਕਰਦੇ ਰਹਿਣਗੇ ਤੇ ਇਸੇ ਤਰ੍ਹਾਂ ਇਹ ਸਾਰੇ ਰਲ ਮਿਲ ਕੇ ਇਹਨਾਂ ਦੀ ਮੋਰਲ ਸਪੋਰਟ ਬਣੇ ਰਹੀਏ। ਹੁਣ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤ 'ਚ ਕੁਝ ਕਹਿਣਾ ਚਾਹੋਗੇ? ਬਸ ਇੱਕੋ ਹੀ ਤੁਹਾਡੇ ਦਰਸ਼ਕਾਂ ਲਈ ਮੇਰੀ ਬੇਨਤੀ ਹੈ ਤੇ ਇੱਕੋ ਹੀ ਉਹਨਾਂ ਤੋਂ ਬੇਨਤੀ ਕਿ ਇੱਕ ਅਰਦਾਸਾਂ ਕੰਟੀਨਿਊ ਜ਼ਰੂਰ ਰੱਖਿਓ, ਰੱਬ ਦੇ ਵਿੱਚ ਵਿਸ਼ਵਾਸ ਰੱਖਿਓ ਔਰ ਕਿਸੇ ਵੀ ਤਰ੍ਹਾਂ ਕਦੇ ਡੀਮੋਰਲਾਈਜ਼ ਹੋਏ ਹੋਂ, ਯਾਦ ਰੱਖਿਓ ਰੱਬ ਹੈ, ਹਥਿਆਰ ਚੁੱਕਣ ਦੀ ਲੋੜ ਨਹੀਂ, ਸਹੀ ਰਾਹ 'ਤੇ ਰਹੋ, ਫਤਿਹ ਰੱਬ ਆਪੇ ਕਰਾਉਣਗੇ। ਸ਼ਾਰਟਕਟਸ ਟੂ ਸਕਸੈਸ ਕਦੇ ਨਾ ਲਿਓ। ਹਥਿਆਰ ਚੁੱਕਣਾ ਸਾਡਾ ਰਾਹ, ਸਾਡੇ ਗੁਰੂਆਂ ਦਾ ਦਿੱਤਾ ਰਾਹ ਨਹੀਂ। ਕਈ ਲੋਕ ਇਹ ਕਹਿ ਦਿੰਦੇ ਆ ਚੁਕਾਰਸ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਬੁਰਦਨ ਬਸ਼ਮਸ਼ੀਰ ਦਸਤ। ਉਹਨਾਂ ਨੇ ਲਾਸਟ ਰਿਜ਼ੋਰਟ ਆਖਿਆ ਸੀ। ਉਹਨਾਂ ਨੇ ਕਿਹਾ ਸੀ ਜਦੋਂ ਸਾਰੇ ਰਸਤੇ ਫੇਲ ਹੋ ਜਾਣ, ਸਾਰੇ ਰਸਤੇ ਕਦੇ ਨਹੀਂ ਬੰਦ ਹੁੰਦੇ। ਉਹ ਗੁਰੂ ਸਾਹਿਬ ਨੇ ਵੀ ਤਾਂ ਹੀ ਕਿਹਾ ਸੀ, ਰੱਬ ਨੇ ਸਾਰੇ ਰਸਤੇ ਹਮੇਸ਼ਾ ਤੁਹਾਡੇ ਲਈ ਖੁੱਲ੍ਹੇ ਰੱਖੇ ਹੁੰਦੇ ਆ, ਕਾਨੂੰਨੀ ਦਾਇਰੇ ਸਾਰੇ ਖੁੱਲ੍ਹੇ ਰਹਿੰਦੇ ਆ, ਲੜਦੇ ਰਹੋ। ਇਹ ਕੇਸ ਉਸ ਚੀਜ਼ ਦੀ ਐਗਜ਼ਾਮਪਲ ਹੈ। ਐਕਚੁਅਲੀ ਇਹ ਇੰਸਪੀਰੇਸ਼ਨ ਲਓ ਮੁਲਤਾਨੀ ਫੈਮਿਲੀ ਤੋਂ ਕਿ ਡਿਸਅਪੁਆਇੰਟਮੈਂਟ ਤੋਂ ਬਾਅਦ, ਹਾਰਨ ਤੋਂ ਬਾਅਦ ਵੀ ਹਥਿਆਰ ਨਹੀਂ ਚੁੱਕਣੇ, ਰੱਬ 'ਚ ਵਿਸ਼ਵਾਸ ਹੋਰ ਦ੍ਰਿੜ ਕਰਕੇ ਲੜਨਾ ਹੈ। ਬਹੁਤ ਸ਼ੁਕਰੀਆ ਜੀ। ਔਰ ਬਹੁਤ ਜਲਦ ਅਸੀਂ ਤੁਹਾਨੂੰ ਕਿਸੇ ਹੋਰ ਖੂਬਸੂਰਤ ਪਰਸਨੈਲਿਟੀ ਦੇ ਨਾਲ ਆਪਾਂ ਮਿਲਵਾਵਾਂਗੇ ਔਰ ਤੁਹਾਡੇ ਕਮੈਂਟਸ ਸਾਡੇ ਲਈ ਬਹੁਤ ਵੈਲਿਊਏਬਲ ਨੇ। ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਪੂਰੀ ਦੁਨੀਆ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਜਿਹੜੀ ਆ ਵਿਰਕ ਸਾਹਿਬ ਲਈ ਇਹ ਮੋਰਲ ਸਪੋਰਟ ਦਾ ਕੰਮ ਕਰ ਸਕੇ। ਥੈਂਕ ਯੂ ਵੈਰੀ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।